जिस तरह मेरे नाल मलोट दे विच होया, ये कोई डेमोक्रेटिक सिस्टम थोड़ी है। सानू भी आदि गल कहण दा अधिकार है, उन्होंने भी विरोध करन दा अधिकार है, करन विरोध, लेकिन एक मर्यादा च रह के करना चाहिए। थोड़ा जिहा मैं उस 'ते भी गल करना चाहूँगा, घटना वापरी क्यों सीगी? तुसीं तां मीटिंग करन वास्ते गए सीगे या सिक्योरिटी है नहीं सीगी नाल जदों तुहानूं लै के गए उत्थों? देखो उस घटना ते बहुत गल हो चुकी, बस मैं तो ये कहूँगा मंदभागी घटना यार हो गई। कोई होंदे है कोई शरारती शरूरती लोग कर जाते हैं, सारा किसान थोड़ा इस तरह का है। असी पोलीटिकल पार्टी हाँ, साडा भी पंजाब दे विच पूरा योगदान है। किस तरह जाओगे लोकां दे विच, किस तरह जाओगे? इलैक्शन आ गया जी, जनता नूं डिसाइड करन दिओ, जनता करूगी डिसाइड। ਤੁਸੀਂ ਤਾਂ ਐਡੇ ਵੱਡੇ ਵੱਡੇ ਫੈਸਲੇ ਕੈਪਟਨ ਸਾਹਿਬ ਨੇ ਲਏ ਹੈ, ਪਾਣੀਆਂ ਦੇ ਫੈਸਲੇ ਤੁਸੀਂ ਸਕ੍ਰੈਪ ਕਰਤੇ ਐਗਰੀਮੈਂਟ, ਤੇ ਇਹ ਵੀ ਕਹਦੇ ਜੀ ਅਸੀਂ ਪੰਜਾਬ 'ਚ ਲਾਗੂ ਨਹੀਂ ਹੁੰਦੇ ਆਂਗੇ ਤੇ ਜਨਤਾ ਡਿਸਾਈਡ ਕਰ ਦੂਗੀ। ਪਾਰਟੀ ਸਾਡੀ ਨੈਸ਼ਨਲ ਪਾਰਟੀ ਹੈ, ਸਾਡੀ ਕੋਈ ਸਟੇਟ ਦੀ ਛੋਟੀ ਜੀ ਪਾਰਟੀ ਨਹੀਂ ਹੈ, ਪੂਰੇ ਦੇਸ਼ ਦੀ ਪਾਰਟੀ ਹੈ। ਜੋ तशद्दद अबोर दी जनता ते सुनील जाखड़ परिवार ने जो डरा के माहौल बना रखे, जो डर का माहौल बनाया है, तेरे ते परचा हो जाएगा, तेरे ते परचा हो जाएगा, तू खिलाफ बोल गया तेरे ते परचा, ते परचे होए भी है। परचों की सियासत है, उन्होंने मैंटैलिटी है, एक डिकटेटोरियल मैंटैलिटी है भी मैं पूरा डिकटेटर हाँ इस हल्के का, मेरे पूछे बिना पत्ता नहीं हिलना चाहिए। इस स्थिति के बावजूद भी फिर भी लोग कहते जी असीं तुहाडी पार्टी ज्वाइन करनी, क्यों करते हैं? तो वो जनता की सोच जनता नाल हुंदी, लीडरां की सोच लीडरां नाल हुंदी है। विरोध हो रहा फिर भी इहो जी की गिद्दड़ ਸਿੰਘੀ है अरुण नारंग हुणां कोले ਜਾਂ बीजेपी ਦੇ ਕੋਲੇ ਵੀ ਇੰਨੇ ਕੌਨਫੀਡੈਂਸ ਦੇ ਵਿੱਚ ਨਜ਼ਰ ਆਉਂਦੇ ਨੇ? ਜੇ ਮਾਹੌਲ ਚੇਂਜ ਹੈ ਬੜੇ ਕੌਨਫੀਡੈਂਟ ਹੋ ਸਕਦੇ, ਲੇਕਿਨ ਅਸੀਂ ਵੀ ਕੌਨਫੀਡੈਂਟ ਹਾਂ। ਜਦੋਂ ਵੋਟ ਪਾਊਗੀ ਉਦੋਂ ਪਤਾ ਲੱਗਣਾ। ਕਿਸਾਨ ਅੰਦੋਲਨ ਦੇ ਨਾਲ ਵਿਰੋਧ ਹੈ, ਡਿਵੈਲਪ ਹੋਇਆ ਹੈ, ਉਹ ਕੋਸ਼ਿਸ਼ ਚੱਲ ਰਹੀ ਹੈ। यूनियंस के लीडर्स नाल भी गलबात साड़ी सेंट्रल लीडरशिप कर रही है। मैं उम्मीद करता भी कोई ना कोई मसले के हल तक पहुँचांगे। तो सेंटर ने बार बार कहता जी कानूनों तुहानूं जो चीज़ गलत लगती है साडे नाल डिस्कस करो आके। उन्हें गलत भी नहीं दसना चाहते, ठीक भी नहीं दसना चाहते, रद्द कर दो, इक्को ही डिमांड है, रद्द कर दो। 2022 ਦੇ ਚੋਣਾਂ ਨੂੰ ਲੈ ਕੇ तमाम सियासी पार्टियां ने ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ। ਬੀਜੇਪੀ ਵੀ ਲੱਗੀ ਹੋਈ ਹੈ, ਪਰ ਬੀਜੇਪੀ ਦੇ ਸਾਹਮਣੇ ਹੁਣ ਸਿਚੁਏਸ਼ਨ ਬਹੁਤ ਟੇਢੀ ਹੈ, ਕਿਉਂਕਿ ਪਿਛਲੀ ਵਾਰ ਦੀ ਤਰ੍ਹਾਂ ਇਸ ਤਰ੍ਹਾਂ ਜੋ ਸਰਕਮਸਟੈਂਸਿਸ ਨੇ ਬਿਲਕੁਲ ਚੇਂਜ ਨੇ। ਇਸ ਵਾਰ ਕਿਸਾਨ ਅੰਦੋਲਨ ਹੈ ਔਰ ਉਸ ਦਾ ਬਹੁਤ ਵੱਡਾ ਅਸਰ ਬੀਜੇਪੀ ਦੇ ਵਿਰੋਧਤਾ ਦੇ ਕਾਰਨ ਬੀਜੇਪੀ ਤੇ ਪਏਗਾ, ਇਸ ਦੇ ਵਿੱਚ ਕੋਈ ਦੋ ਰਾਏ ਨਹੀਂ। ਪਰ ਪਿਛਲੀ ਵਾਰ ਜਦੋਂ ਅਰੁਣ ਨਾਰੰਗ ਹੋਣਾ ਨੇ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਹੋਣਾ ਨੂੰ ਹਰਾਇਆ ਸੀ ਔਰ ਇਸ ਵਾਰ ਉਹਨਾਂ ਨੂੰ ਬਹੁਤ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਲੋਕਾਂ ਦੀ ਕਚਹਿਰੀ ਦੇ ਵਿੱਚ ਗਏ, ਮੀਟਿੰਗ ਕਰਨ ਵਾਸਤੇ ਗਏ ਸੀ ਤਾਂ ਕੁੱਟਮਾਰ ਦਾ ਸਾਹਮਣਾ ਕਰਨਾ ਪਿਆ, ਲੋਕਾਂ ਨੇ ਕੱਪੜੇ ਤੱਕ ਪਾੜ ਦਿੱਤੇ ਸੀ। ਅਰੁਣ ਨਾਰੰਗ ਸਾਹਿਬ ਸਾਡੇ ਨਾਲ ਮੌਜੂਦ ਨੇ, ਅਬੋਹਰ ਤੋਂ ਵਿਧਾਇਕ ਨੇ। ਐਮਐਲਏ ਸਾਹਿਬ ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਕਿਸ ਤਰ੍ਹਾਂ ਦੇਖਦੇ ਹੋ 2022 ਦੀ ਤਿਆਰੀ ਕਿਸ ਤਰ੍ਹਾਂ ਸ਼ੁਰੂ ਕੀਤੀ ਹੈ, ਕੀ ਰਹੇਗਾ 2022 ਦੇ ਚੋਣਾਂ ਦੇ ਵਿੱਚ? ਕਿਉਂਕਿ ਜਿਹੜੀਆਂ ਸਿਚੁਏਸ਼ਨਸ ਨੇ ਪਿਛਲੇ ਸਾਲ ਨਾਲੋਂ ਬਿਲਕੁਲ ਚੇਂਜ ਨੇ। ਪਿਛਲੀ ਵਾਰ ਤੁਹਾਨੂੰ ਜਿਤਾ ਦਿੱਤਾ ਸੀ, ਕਾਂਗਰਸ ਪਾਰਟੀ ਦੇ ਮੌਜੂਦਾ ਪ੍ਰਧਾਨ ਨੂੰ ਤੁਸੀਂ ਹਰਾਇਆ ਸੀ, ਪਰ ਇਸ ਵਾਰ ਲੋਕਾਂ ਨੇ ਕੁੱਟਮਾਰ ਕਰ ਦਿੱਤੀ, ਤੁਹਾਡੇ ਨਾਲ ਕੱਪੜੇ ਤੱਕ ਪਾੜ ਦਿੱਤੇ ਸੀਗੇ। ਕਿੱਦਾਂ ਜਾਓਗੇ 2022 ਦੇ ਵਿੱਚ ਲੋਕਾਂ 'ਚ? ਦੇਖੋ ਪਾਰਟੀ 2022 'ਚ ਪੂਰੀ ਤਿਆਰੀ ਨਾਲ ਜਾ ਰਹੀ ਹੈ ਤੇ 117 ਦੇ 17 ਸੀਟਾਂ ਤੇ ਵੀ ਲੜਨ ਜਾ ਰਹੀ ਹੈ। ਨੋ ਡਾਊਟ ਇਸ ਵਕਤ ਕਿਸਾਨ ਅੰਦੋਲਨ ਪੰਜਾਬ ਦੇ ਵਿੱਚ ਅਸਰ ਪਾ ਰਿਹਾ ਹੈ। ਪਾਰਟੀ ਦੇ ਮੀਟਿੰਗਾਂ 'ਤੇ ਵੀ ਪ੍ਰਦਰਸ਼ਨ ਅਸੀਂ ਨਹੀਂ ਕਰ ਸਕਦੇ, ਉਹਦੇ ਵਿੱਚ ਵੀ ਵਿਰੋਧ ਹੋ ਰਿਹਾ। ਲੇਕਿਨ ਪੋਲੀਟੀਕਲ ਪਾਰਟੀ ਹੈ, ਇਲੈਕਸ਼ਨ ਜ਼ਰੂਰ ਲੜਾਂਗੇ ਤੇ ਕਿਸਾਨ ਅੰਦੋਲਨ ਦਾ ਵੀ ਜੋ ਅਸਰ ਹੈ ਜਾਂ ਜੋ ਹੈ ਉਹ ਜਨਤਾ ਡਿਸਾਈਡ ਕਰੇਗੀ, ਜਨਤਾ ਦੇਖੇਗੀ। ਦੇਖੋ ਹੁਣ ਜਿਸ ਤਰ੍ਹਾਂ ਮੇਰੇ ਨਾਲ ਮਲੋਟ ਦੇ ਵਿੱਚ ਹੋਇਆ, ਇਹ ਕੋਈ ਡੈਮੋਕ੍ਰੈਟਿਕ ਸਿਸਟਮ ਥੋੜੀ ਹੈ। ਸਾਨੂੰ ਵੀ ਆਦਿ ਗੱਲ ਕਹਿਣ ਦਾ ਅਧਿਕਾਰ ਹੈ, ਉਹਨਾਂ ਨੂੰ ਵੀ ਵਿਰੋਧ ਕਰਨ ਦਾ ਅਧਿਕਾਰ ਹੈ, ਕਰਨ ਵਿਰੋਧ, ਲੇਕਿਨ ਇੱਕ ਮਰਿਆਦਾ 'ਚ ਰਹਿ ਕੇ ਕਰਨਾ ਚਾਹੀਦਾ। ਬਾਕੀ ਮੈਂ ਨਹੀਂ ਸਮਝਦਾ ਵੀ ਉੱਥੇ ਜਿਹੜੇ 300-400 ਲੋਕਾਂ ਦੀ ਭੀੜ ਸੀ, ਕਿਉਂਕਿ ਉਹ ਬਹੁਤ ਕਿਸਾਨੀ ਦੇ ਫਾਇਦੇ ਦੀ ਗੱਲ ਜਾਂ ਕੋਈ ਕਿਸਾਨੀ ਦੇ ਹੱਕਾਂ ਦੀ ਗੱਲ ਕਰਨ ਵਾਲੇ ਲੋਕ ਸੀਗੇ। ਉਹ ਵਿੱਚ ਕੋਈ ਸ਼ਰਾਰਤੀ ਹੁੰਦੇ ਹੈ ਜੀ, ਅਤੇ ਚਲੋ ਹੋ ਗਿਆ। ਲੇਕਿਨ ਅਸੀਂ ਪੋਲੀਟੀਕਲ ਪਾਰਟੀ ਹਾਂ, ਸਾਡਾ ਵੀ ਪੰਜਾਬ ਦੇ ਵਿੱਚ ਪੂਰਾ ਯੋਗਦਾਨ ਹੈ, ਸਾਡੇ ਲੋਕਾਂ ਦਾ ਵੀ ਪੂਰਾ ਯੋਗਦਾਨ ਹੈ ਪੰਜਾਬ ਦੀ ਤਰੱਕੀ 'ਚ, ਪੰਜਾਬ ਦੇ ਅਮਨ ਚੈਨ 'ਚ, ਅਤੇ ਅਸੀਂ ਪੂਰਾ ਪਾਰਟੀ ਲੜੂਗੀ ਇਲੈਕਸ਼ਨ। ਪਾਰਟੀ
ਪੂਰੇ ਹਾਂ। ਕਿਸ ਤਰ੍ਹਾਂ ਜਾਓਗੇ ਲੋਕਾਂ ਦੇ ਵਿੱਚ, ਕਿਸ ਤਰ੍ਹਾਂ ਜਾਓਗੇ? ਕਿਉਂਕਿ ਅਨਿਲ ਜੋਸ਼ੀ ਹੁਣੀ ਸਾਬਕਾ ਮਿਨਿਸਟਰ ਨੇ, ਉਹ ਕਹਿ ਰਹੇ ਨੇ ਕਿ ਬਹੁਤ ਨੁਕਸਾਨ ਹੋ ਰਿਹਾ ਹੈ, ਔਰ ਮਾਸਟਰ ਮੋਹਨ ਲਾਲ ਹੁਣੀ ਕਹਿ ਰਹੇ ਨੇ, ਜਿਹੜੇ ਵੱਡੇ ਚਿਹਰੇ ਨੇ ਜਿਹੜੇ ਖਾਸ ਤੌਰ ਤੇ ਸੰਘ ਨਾਲ ਜੁੜੇ ਰਹੇ, ਉਹ ਲੋਕ ਵੀ ਕਹਿ ਰਹੇ ਨੇ ਕਿ ਕਾਨੂੰਨ ਮਾੜੇ ਨੇ, ਪਾਰਟੀ ਨੂੰ ਚਾਹੀਦਾ, ਬੀਜੇਪੀ ਨੂੰ ਚਾਹੀਦਾ, ਸੈਂਟਰ ਦੀ ਲੀਡਰਸ਼ਿਪ ਹੈ ਉਹਨਾਂ ਨੂੰ ਚਾਹੀਦਾ ਕਿ ਕੁਝ ਵਿਚਾਰ ਕੀਤਾ ਜਾਵੇ ਅੰਦੋਲਨ ਦੇ ਬਾਰੇ ਵੀ, ਤਾਂ ਕਿ ਸਾਡਾ ਤਾਂ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋਇਆ ਹੋਇਆ। ਉਹ ਇਹ ਗੱਲ ਕਹਿ ਰਹੇ ਨੇ। ਨਹੀਂ ਦੇਖੋ, ਅੰਦੋਲਨ ਦੇ ਕਾਰਨ ਜਿਸ ਤਰ੍ਹਾਂ 11 ਟਾਕਸ ਹੋਈਆਂ ਆਪਸ ਵਿੱਚ, ਸਰਕਾਰ ਪੂਰੀ ਹੁਣ ਵੀ ਸਰਕਾਰ ਕਹਿ ਰਹੀ ਹੈ ਵੀ ਕੋਈ ਆਦੀ ਪ੍ਰਪੋਜ਼ਲ ਤੁਸੀਂ ਲਿਆਓ, ਬਹਿ ਕੇ ਗੱਲ ਕਰੀਏ। ਮਸਲੇ ਤਾਂ ਬਹਿ ਕੇ ਹੀ ਹੱਲ ਹੁੰਦੇ ਆ ਜੀ, ਅੜੀ ਕਰਕੇ ਤਾਂ ਕੋਈ ਮਸਲਾ ਨਹੀਂ ਹੱਲ ਹੁੰਦਾ। ਤੇ ਜੋ ਜੋਸ਼ੀ ਸਾਹਿਬ ਜਾਂ ਜੋ ਇਹ ਕਹਿ ਰਹੇ ਆ, ਮੈਂ ਉਹਨਾਂ ਦੇ ਕੋਈ ਟਿੱਪਣੀ ਨਹੀਂ ਕਰੂੰਗਾ। ਆਦੀ ਸਥਿਤੀ ਹੁੰਦੀ ਹੈ, ਆਦੇ ਹਲਕਿਆਂ ਦੀ ਸਥਿਤੀ ਹੈ, ਪਤਾ ਨਹੀਂ ਕਿਸ ਉਹ ਕਹਿ ਰਹੇ ਹੈ। ਹੁਣ ਇੱਕ ਪਾਰਟੀ ਕਹਿ ਰਹੀ ਹੈ ਜਾਂ ਸਰਕਾਰ ਕਹਿ ਰਹੀ ਹੈ, ਕੇਂਦਰ ਸਰਕਾਰ ਕਹਿ ਰਹੀ ਹੈ ਜੀ ਆ ਕਿਸਾਨ ਬਿੱਲ ਹੈ ਜਿਹੜੇ ਫਾਇਦੇ 'ਚ ਹੈ। ਕਿਸਾਨ ਵਾਲੇ ਯੂਨੀਅਨਸ ਕਹਿ ਰਹੀਆਂ ਜਾਂ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਕਹਿ ਰਹੀਆਂ ਜੀ ਇਹ ਕਾਲੇ ਕਾਨੂੰਨ ਹੈ। ਲੇਕਿਨ ਇਲੈਕਸ਼ਨ ਆ ਗਿਆ ਜੀ, ਜਨਤਾ ਨੂੰ ਡਿਸਾਈਡ ਕਰਨ ਦਿਓ, ਜਨਤਾ ਕਰੂਗੀ ਡਿਸਾਈਡ, ਪਤਾ ਲੱਗ ਜਾਊਗਾ ਚੰਗਾ ਕੀ ਹੈ ਮਾੜਾ ਕੀ ਹੈ। ਮੈਂ ਤਾਂ CM ਸਾਹਿਬ ਨੂੰ ਵੀ ਕਹਿਣਾ ਚਾਹੁੰਦਾ ਵੀ ਤੁਸੀਂ ਇਨ ਕੇਸ ਜੇ ਤੁਹਾਨੂੰ ਲੱਗਦਾ ਵਿਧਾਨ ਸਭਾ 'ਚ ਇਹਨਾਂ ਨੇ ਬਿੱਲ ਪਾਸ ਕੀਤਾ, ਅਮੈਂਡਮੈਂਟ ਦਾ ਹੀ ਕੀਤਾ, ਕੋਈ ਇਹਨਾਂ ਨੂੰ ਸਕ੍ਰੈਪ ਕਰਨ ਦਾ ਨਹੀਂ ਕੀਤਾ, ਤੇ ਜੇ ਤੁਹਾਨੂੰ ਲੱਗਦਾ ਹੈ ਵੀ ਇਹ ਬਿੱਲ ਕਾਲੇ ਕਾਨੂੰਨ ਹੈ ਜਾਂ ਹੈ, ਤੁਸੀਂ ਤਾਂ ਐਡੇ ਵੱਡੇ ਵੱਡੇ ਫੈਸਲੇ ਕੈਪਟਨ ਸਾਹਿਬ ਨੇ ਲਏ ਹੈ, ਪਾਣੀਆਂ ਦੇ ਫੈਸਲੇ ਤੁਸੀਂ ਸਕ੍ਰੈਪ ਕਰਤੇ ਐਗਰੀਮੈਂਟ, ਤੇ ਇਹ ਵੀ ਕਹਦੇ ਜੀ ਅਸੀਂ ਪੰਜਾਬ 'ਚ ਲਾਗੂ ਨਹੀਂ ਹੋਣ ਦਿਆਂਗੇ, ਤੇ ਜਨਤਾ ਡਿਸਾਈਡ ਕਰ ਦੂਗੀ ਵੀ ਇਹ ਫਾਇਦੇ 'ਚ ਹੈ ਕਿ ਨੁਕਸਾਨ 'ਚ ਹੈ। ਜਨਤਾ ਤਾਂ ਓਵਰਆਲ ਨਾਰੰਗ ਸਾਹਿਬ ਤੁਹਾਡੇ ਵਿਰੋਧ 'ਚ ਭੁਗਤ ਰਹੀ ਹੈ ਹੁਣ ਤੱਕ ਤਾਂ, ਪਰ ਇਸ ਚੇਂਜ ਕਿੱਦਾਂ ਕਰੋਗੇ? ਮਤਲਬ ਉਸ ਨੂੰ ਲੈ ਕੇ ਕੀ ਤਿਆਰੀ ਕੀਤੀ ਹੈ ਬੀਜੇਪੀ ਦੀ, ਸੈਂਟਰ ਦੀ ਲੀਡਰਸ਼ਿਪ ਨੇ ਜਾਂ ਪੰਜਾਬ ਦੀ ਲੀਡਰਸ਼ਿਪ ਹੁਣ ਤੱਕ ਕੀ ਕਰ ਰਹੀ ਹੈ? ਕਿਵੇਂ ਚੇਂਜ ਕਰੋਗੇ ਇਹਨਾਂ ਤਮਾਮ ਸਿਚੁਏਸ਼ਨਸ ਨੂੰ? ਕਈ ਵਾਰ ਕੀ ਹੁੰਦਾ ਹੈ, ਕਈ ਮੇਰੇ ਵਰਗੇ ਲੀਡਰ ਬੜੇ ਨੇਤਾ ਹੁੰਦੇ ਹੈ ਜਿਹੜੇ ਕਹਿੰਦੇ ਜੀ ਆਹ ਗੱਲ ਠੀਕ ਹੈ, ਲੇਕਿਨ ਥੱਲੇ ਜਨਤਾ ਵੀ ਤਾਂ ਆਦਾ ਕੋਈ ਸੋਚ ਰੱਖਦੀ ਹੈ। ਉਹ ਵੀ ਐਜੂਕੇਟਿਡ ਲੋਕ ਵੀ ਬੈਠੇ ਹੈ, ਪੜ੍ਹੇ ਲਿਖੇ ਲੋਕ ਵੀ ਬੈਠੇ ਹੈ। ਆ ਪਿਛਲੇ ਦਿਨ ਜਿਹੜੇ ਖੇਤੀ ਮਾਹਿਰ ਸਰਦਾਰਾ ਸਿੰਘ ਜੋਹਲ ਜੀ ਦਾ ਵੀ ਮੈਂ ਬੜਾ ਇੰਟਰਵਿਊ ਦੇਖਿਆ, ਅੱਛੇ ਉਹ ਕਹਿੰਦੇ 40 ਸਾਲ ਤੋਂ ਅਸੀਂ ਇਹ ਚੀਜ਼ ਮੰਗ ਰਹੇ ਸੀ ਜਿਹੜੀ ਅੱਜ ਸਾਨੂੰ ਮਿਲਣ ਜਾ ਰਹੀ। ਲੇਕਿਨ ਕੋਈ ਉਹਦੇ 'ਚ ਤੁਹਾਨੂੰ ਨਹੀਂ ਚੀਜ਼ ਚੰਗੀ ਲੱਗਦੀ ਤਾਂ ਬਹਿ ਕੇ ਗੱਲ ਹੋ ਸਕਦੀ ਹੈ ਵੀ ਆਹ ਚੀਜ਼ ਠੀਕ ਨਹੀਂ ਹੈ, ਆਹ ਚੰਗੀ ਹੈ, ਆਹ ਮਾੜੀ ਹੈ। ਇੱਕ ਚੀਜ਼ ਨੂੰ ਤੁਸੀਂ ਆਲ ਟੁਗੈਦਰ ਕਹਦੇ ਜੀ ਇਹ ਤਾਂ ਬਿਲਕੁਲ ਤੁਸੀਂ ਵਾਪਸ ਲੈ ਲਓ, ਇਹ ਤਾਂ ਨਹੀਂ ਹੋ ਸਕਦਾ ਨਾ ਜੀ। ਪਾਰਲੀਮੈਂਟ ਨੇ ਪਾਸ ਕੀਤਾ, ਉੱਥੇ ਵੀ ਤਾਂ ਪਬਲਿਕ ਦੇ ਨੁਮਾਇੰਦਿਆਂ ਨੇ ਪਾਸ ਕੀਤੇ। ਉੱਥੇ ਕੋਈ ਡਿਕਟੇਟੋਰੀਅਲ ਤਾਂ ਹੈ ਨਹੀਂ ਵੀ ਇੱਕ ਦਿਨ ਮੋਦੀ ਜੀ ਨੇ ਕਹਿਤਾ ਵੀ ਆਹ ਲਾਗੂ ਹੋ ਗਿਆ, ਅਸੀਂ ਤਾਂ ਹੁੰਦਾ ਹੀ ਨਹੀਂ ਜੀ। ਹਿੰਦੁਸਤਾਨ ਹੈ, ਡੈਮੋਕ੍ਰੇਸੀ ਹੈ, ਸਾਰਾ ਕੁਛ ਹੈ, ਤੇ ਬਹਿ ਕੇ ਮਸਲੇ ਦਾ ਹੱਲ ਹੋਣਾ। ਮੇਰਾ ਤਾਂ ਸਿਰਫ ਇਹੀ ਕਹਿਣਾ। ਨਾਰੰਗ ਸਾਹਿਬ ਤੁਹਾਡੇ ਜਿਹੜੇ ਸਾਥੀ ਸੀਗੇ ਪੰਜਾਬ ਦੇ ਵਿੱਚ, ਸਾਥੀ ਸੀਗੇ ਜਿਹੜੇ ਬੀਜੇਪੀ ਦੇ, ਅਕਾਲੀ ਦਲ ਤਾਂ ਝਟਕਾ ਦੇ ਕੇ ਚਲਾ ਗਿਆ, ਉਹਨਾਂ ਨੇ ਹਾਥੀ ਨੂੰ ਆਪਦਾ ਨਵਾਂ ਸਾਥੀ ਕਹਿੰਦੇ, ਹਾਥੀ ਮੇਰਾ ਨਇਆ ਸਾਥੀ ਹੈ, ਤਾਂ ਫਿਰ ਉਹ ਝਟਕਾ ਦੇ ਕੇ ਚਲੇ ਗਏ ਸੀਗੇ, ਤੁਹਾਨੂੰ ਨਾਲ ਦੇ ਛੱਡ ਕੇ ਚਲੇ ਗਏ ਸੀ, ਇਕੱਲਿਆਂ ਛੱਡਤਾ ਤੁਹਾਨੂੰ ਕਾਨੂੰਨ ਲਾਗੂ ਹੋਣ ਤੋਂ ਬਾਅਦ? ਪਾਰਟੀ ਸਾਡੀ ਨੈਸ਼ਨਲ ਪਾਰਟੀ ਹੈ, ਸਾਡੀ ਕੋਈ ਸਟੇਟ ਦੀ ਛੋਟੀ ਜੀ ਪਾਰਟੀ ਨਹੀਂ ਹੈ, ਪੂਰੇ ਦੇਸ਼ ਦੀ ਪਾਰਟੀ ਹੈ। ਸਾਡੇ 18 ਕਰੋੜ ਦੇ ਕਰੀਬ ਸਾਡੇ ਮੈਂਬਰ ਹੈ, ਤੇ ਇਕੱਲਿਆਂ ਤਾਂ ਕਹਿਣਾ ਹੀ ਗਲਤ ਹੈ ਵੀ ਇਕੱਲੇ ਛੱਡ ਕੇ। ਇਹ ਸਾਡੀ ਤਾਂ ਵੈਸੇ ਹੀ ਪਾਰਟੀ ਬੜੀ ਵੱਡੀ ਪਾਰਟੀ ਹੈ। ਪਹਿਲਾਂ 2 ਜਣੇ ਸੀ ਨਾ ਤੁਸੀਂ, ਇੱਕ ਔਰ ਇੱਕ 2 ਸੀਗੇ, ਹੁਣ ਗਠਬੰਧਨ ਹੁੰਦੇ ਆ, ਗੱਠਜੋੜ ਉਹਨਾਂ ਨੇ ਛੱਡਿਆ, ਉਹਨਾਂ ਦੀ ਆਦੀ ਸੋਚ ਹੈ, ਛੱਡਿਆ ਤਾਂ ਉਹਨਾਂ ਨੂੰ ਨੁਕਸਾਨ ਹੋਊਗਾ ਇਸ ਚੀਜ਼ ਦਾ। ਉਹ ਕਹਿੰਦੇ ਕਿ ਸਾਨੂੰ ਨੁਕਸਾਨ ਨਹੀਂ ਹੋਊਗਾ, ਨੁਕਸਾਨ ਤਾਂ ਬੀਜੇਪੀ ਨੂੰ ਹੋਊਗਾ, ਅਸੀਂ ਤਾਂ ਬਸਪਾ ਨੂੰ ਆਪਦਾ ਨਵਾਂ ਸਾਥੀ ਬਣਾ ਲਿਆ, ਔਰ ਸਾਡੀ ਤਾਂ ਗਲਤੀ ਸੀ, ਬਹੁਤ ਵੱਡੀ ਗਲਤੀ ਸੀ, ਹੁਣ ਇਹ ਗੱਲ ਕਹਿ ਰਹੇ ਨੇ। ਬੀਜੇਪੀ ਇਹ ਸੋਚਦੀ ਹੈ ਜੀ, ਬੀਜੇਪੀ ਪੰਜਾਬ 'ਚ ਇੰਨੀ ਦੇਰ 23 ਸੀਟਾਂ 'ਤੇ ਲੜਦੀ ਰਹੀ ਹੈ, ਤੇ ਹੁਣ ਅਸੀਂ ਸਾਡਾ ਫੈਲਾਅ ਹੋਏਗਾ, ਹੁਣ ਬੀਜੇਪੀ ਵਧੇਗੀ, 117 ਸੀਟਾਂ 'ਤੇ ਜਾਊਗੀ। ਸੈਂਟਰ ਦੀ ਲੀਡਰਸ਼ਿਪ ਨਾਲ ਨਾਰੰਗ ਸਾਹਿਬ ਗੱਲ ਹੁੰਦੀ ਹੈ ਤੁਹਾਡੀ ਵੀ ਕਿੱਦਾਂ ਚੇਂਜ ਕਰੋਗੇ? ਸਵਾਲ ਦਰਅਸਲ ਮੇਰਾ ਇਹ ਹੈ, ਮੈਂ ਜਵਾਬ ਚਾਹੁੰਦਾ ਉਸ ਚੀਜ਼ ਤੇ ਕਿ ਕਿੱਦਾਂ ਚੇਂਜ ਕਿੱਦਾਂ ਕਰੋਗੇ। ਮੈਂ ਥੋੜਾ ਉਸ ਬਾਰੇ ਜਾਣਨਾ ਚਾਹ ਰਿਹਾ ਤੁਹਾਡੇ ਤੋਂ, ਕਿਉਂਕਿ ਸੈਂਟਰ ਦੀ ਲੀਡਰਸ਼ਿਪ ਦੇ ਨਾਲ ਗੱਲ ਹੋਈ, ਕੋਈ ਅਮਿਤ ਸ਼ਾਹ ਉਹਨਾਂ ਦੇ ਨਾਲ ਗੱਲ ਹੋਈ ਹੋਵੇ ਜਾਂ ਕਿਸੇ ਹੋਰ ਪਾਰਟੀ ਲੀਡਰ ਦੇ ਨਾਲ ਗੱਲ ਹੋਈ ਹੋਵੇ ਵੀ ਕਿੱਦਾਂ ਚੇਂਜ ਕਿੱਦਾਂ ਕਰੋਗੇ, ਕੀ ਰਣਨੀਤੀ ਘੜ ਰਹੇ ਹੋ ਤੁਸੀਂ? ਸੈਂਟਰ ਦੀ ਲੀਡਰਸ਼ਿਪ ਨੇ ਉਹਨਾਂ ਤੁਸੀਂ ਨਿਊਜ਼ ਵੀ ਦੇਖੀ ਹੈ ਵੀ ਉਹਨਾਂ ਨੇ ਪਾਰਟੀ ਦੇ ਸਾਰੇ ਪ੍ਰਭਾਰੀ, ਸਾਡੇ ਪ੍ਰਧਾਨ, ਸਾਡੇ ਜਿਹੜਾ ਪਾਰਟੀ ਦਾ ਯੂਨਿਟ ਹੈ, ਪ੍ਰਦੇਸ਼ ਅਧਿਕਸ਼ ਹੈ ਸਾਡੇ, ਹੋਰ ਸਾਰੇ ਬੁਲਾਏ ਆ ਜੀ। ਉੱਥੇ ਮੀਟਿੰਗ ਹੋ ਰਹੀ ਹੈ, ਮੰਥਨ ਹੋ ਰਿਹਾ ਵੀ ਅਸੀਂ ਕਿਸ ਤਰ੍ਹਾਂ ਜਾਣਾ ਅੱਗੇ ਇਲੈਕਸ਼ਨਾਂ 'ਚ, ਤੇ ਉਸ ਜਲਦੀ ਹੀ ਸਾਹਮਣੇ ਆ ਜਾਊਗੀ ਪਾਲਿਸੀ ਕੀ ਹੈ। 2017 ਦੇ ਵਿੱਚ ਜਦੋਂ ਤੁਸੀਂ ਇਲੈਕਸ਼ਨ ਲੜਿਆ ਸੀਗਾ, ਔਰ ਉਦੋਂ ਤਾਂ ਬੜੇ ਮਜ਼ਬੂਤ ਕੈਂਡੀਡੇਟ ਸੀ ਤੁਹਾਡੇ ਸਾਹਮਣੇ, ਔਰ ਤੁਹਾਨੂੰ ਤਾਂ ਸ਼ਾਇਦ ਜ਼ਿੰਮੇਵਾਰੀ ਪਾਰਟੀ ਨੇ ਜਦੋਂ ਦਿੱਤੀ
ਔਰ ਉਸ ਤੋਂ ਬਾਅਦ ਤੁਸੀਂ ਸੋਚਿਆ ਨਹੀਂ ਹੋਣਾ ਮੇਰੇ ਖਿਆਲ ਕਿ ਜਿੱਤ ਕੇ ਲੀਡ ਲੈ ਕੇ ਤੁਸੀਂ ਵਿਧਾਨ ਸਭਾ ਪਹੁੰਚ ਜਾਓਗੇ, ਕਿਉਂਕਿ ਸਾਹਮਣੇ ਬੜਾ ਮਜ਼ਬੂਤ ਚਿਹਰਾ ਸੀ ਸੁਨੀਲ ਜਾਖੜ ਹੁਣੀ, ਲੰਬਾ ਤਜਰਬਾ ਉਹਨਾਂ ਦਾ, ਉਹਨਾਂ ਨੂੰ ਤਾਂ ਖਾਨਦਾਨੀ ਉਹਨੇ ਲੀਡਰ ਨੇ, ਸਿਆਸੀ ਲੀਡਰ ਨੇ ਪੂਰਾ, ਔਰ ਉਹਨਾਂ ਦੇ ਪਿਤਾ ਜੀ ਵੀ ਲੰਬੇ ਸਮੇਂ ਤੋਂ ਬੜੇ ਵੱਡੇ ਲੀਡਰ ਸੀਗੇ। ਦੇਖੋ, ਜੋ ਸਵਾਲ ਤੁਸੀਂ ਕੀਤਾ ਹੈ ਵੀ ਤੁਸੀਂ ਉਸ ਵੇਲੇ ਕਿਵੇਂ ਜਿੱਤ ਗਏ, ਐਡੇ ਵੱਡੇ ਲੀਡਰ ਦੇ ਸਾਹਮਣੇ ਕਿਵੇਂ ਜਿੱਤ ਗਏ, ਇਹ ਚੀਜ਼ ਤਾਂ ਤੁਹਾਨੂੰ ਨਾ, ਜੇ ਤੁਸੀਂ ਅਬੋਹਰ ਦੇ ਜਨਤਾ ਨੂੰ ਪੁੱਛੋਗੇ ਨਾ ਜੀ, ਉਹ ਦੱਸਣਗੇ ਇਹਨਾਂ ਲੀਡਰਾਂ ਦੀ ਅਸਲੀਅਤ। ਜੋ ਤਸ਼ੱਦਦ ਅਬੋਹਰ ਦੀ ਜਨਤਾ ਤੇ ਸੁਨੀਲ ਜਾਖੜ ਪਰਿਵਾਰ ਨੇ ਜੋ ਡਰਾ ਕੇ ਮਾਹੌਲ ਬਣਾ ਰੱਖਿਆ, ਜੋ ਡਰ ਦਾ ਮਾਹੌਲ ਬਣਿਆ ਹੋਇਆ ਹੈ, ਝੂਠੇ ਪਰਚੇ ਹੁੰਦੇ ਹੈ, ਧੱਕੇ ਹੁੰਦੇ ਆ, ਸਾਰਾ ਕੁਝ ਹੁੰਦਾ ਉੱਥੇ, ਤੇ ਹਰ ਬੰਦਾ ਇੱਕ ਤਰ੍ਹਾਂ ਦਾ, ਇੱਕ ਪੂਰੇ ਏਰੀਏ ਦੇ ਵਿੱਚ ਕੁਝ ਲੋਕ ਇਹੋ ਜਿਹੇ ਇਹਨਾਂ ਦੇ ਜਿਹੜੇ ਡਰਾਉਂਦੇ ਹੀ ਰਹਿੰਦੇ ਆ ਸਾਰਾ ਦਿਨ, ਤੇਰੇ ਤੇ ਪਰਚਾ ਹੋ ਜਾਏਗਾ, ਤੇਰੇ ਤੇ ਪਰਚਾ ਹੋ ਜਾਏਗਾ, ਤੂੰ ਖਿਲਾਫ ਬੋਲ ਗਿਆ, ਤੇਰੇ ਤੇ ਪਰਚਾ, ਤੇ ਪਰਚੇ ਹੋਏ ਵੀ ਹੈ। ਪਰਚਿਆਂ ਵਾਲੀ ਸਿਆਸਤ ਕਿਉਂ ਹੁੰਦੀ ਹੈ? ਕਿਉਂਕਿ ਇੱਕ ਜਾਖੜ ਪਰਿਵਾਰ ਦੇ ਮੈਂਬਰ ਸੀਗੇ, ਉਹਨਾਂ ਨੇ ਅਕਾਲੀ ਦਲ ਪਿੱਛੇ ਜੇ ਜੁਆਇਨ ਕਰ ਲਿਆ। ਉਹ ਕਹਿੰਦੇ ਕਿ ਇਹੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ, ਇਹੀ ਗੱਲ ਉਹ ਕਹਿ ਰਹੇ ਸੀਗੇ ਕਿ ਸਾਨੂੰ ਪਰਚੇ ਕਰਾ ਦਿੱਤੇ ਜਾਂਦੇ ਸਾਡੇ ਤੇ। ਪਰਚਿਆਂ ਦੀ ਸਿਆਸਤ ਹੈ, ਇਹ ਉਹਨਾਂ ਦੀ ਮੈਂਟੈਲਿਟੀ ਹੈ, ਇੱਕ ਡਿਕਟੇਟੋਰੀਅਲ ਮੈਂਟੈਲਿਟੀ ਹੈ ਵੀ ਮੈਂ ਪੂਰਾ ਡਿਕਟੇਟਰ ਹਾਂ ਇਸ ਹਲਕੇ ਦਾ, ਮੇਰੇ ਪੁੱਛੇ ਬਿਨਾ ਪੱਤਾ ਨਹੀਂ ਹਿੱਲਣਾ ਚਾਹੀਦਾ। ਲੇਕਿਨ ਡੈਮੋਕ੍ਰੇਸੀ ਹੈ ਜੀ, ਲੋਕ ਬਰਦਾਸ਼ਤ ਨਹੀਂ ਕਰਦੇ, ਠੀਕ ਹੈ 5 ਸਾਲ ਚੁੱਪ ਕਰ ਜਾਂਦੇ ਹੈ, ਬਾਅਦ 'ਚ ਵੋਟਾਂ 'ਚੋਂ ਕੱਲ ਗੁੱਸਾ ਸਾਹਮਣੇ ਆਉਂਦਾ ਨਿਕਲ। ਇਲੈਕਸ਼ਨ ਤਾਂ ਉਹਨਾਂ ਨੂੰ ਇੱਕ MC ਨੇ ਹਰਾ ਦਿੱਤਾ ਸੀਗਾ। MC ਤਾਂ ਮੈਂ ਹੀ ਸੀਗਾ। ਹਾਂ, ਨਹੀਂ ਦੇਖੋ, ਮੈਂ ਬੜੀ ਦੇਰ ਪਾਰਟੀ 'ਚ ਰਿਹਾ, ਮੈਂ ਪਾਰਟੀ ਦਾ ਕਮ ਸੇ ਕਮ 40 ਸਾਲਾਂ ਤੋਂ ਕੰਮ ਕਰਦਾ ਰਿਹਾ। ਨੋ ਡਾਊਟ ਮੈਂ ਇਲੈਕਸ਼ਨ MC ਦਾ ਲੜਦਾ ਹੁੰਦਾ ਸੀਗਾ। ਸਾਡੀ ਪਾਰਟੀ ਜਿਹਨੂੰ ਡਿਸਾਈਡ ਕਰਦੀ ਉਹਨੂੰ ਟਿਕਟ ਮਿਲਦੀ ਸੀ। ਤੇ MC ਨੂੰ ਤੁਸੀਂ ਛੋਟਾ ਨਾ ਸਮਝੋ ਨਾ ਜੀ, ਇਹਨਾਂ ਦੀ ਇਹ ਗਲਤਫਹਿਮੀ। MC ਤਾਂ ਘਰਾਂ ਤੱਕ ਜੁੜਿਆ ਹੁੰਦਾ। ਮੇਰੇ ਵਾਰਡ ਦੇ ਵਿੱਚ ਜੋ ਮੇਰਾ ਕਿਰਦਾਰ ਸੀ, ਜਨਤਾ ਨੇ ਦੇਖਿਆ, ਜਨਤਾ ਨੇ ਦੇਖ ਕੇ ਵੋਟ ਪਾਈ ਹੈ ਵੀ ਇਹ ਤਾਂ ਆਮ ਬੰਦੇ ਨਾਲ ਬਿਲਕੁਲ ਡਾਊਨ ਟੂ ਅਰਥ ਗੱਲ ਕਰਦਾ, ਤੇ ਇਸ ਕਰਕੇ ਵੋਟ ਪਾਈ ਸੀ, ਇਸ ਕਰਕੇ ਮੈਂ ਜਿੱਤਿਆ। ਤੇ ਇਹਨਾਂ ਨੂੰ ਮਿਲਣਾ ਹੀ ਬੜਾ ਔਖਾ, ਤੇ ਹਰ ਚੀਜ਼ ਨੂੰ ਡਰਾ ਕੇ ਰੱਖਣਾ, ਜਨਤਾ ਨੂੰ ਡਰਾਉਣਾ, ਇਹ ਬੜੀ ਵੱਡੀ ਗਲਤੀ ਹੈ ਜੀ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਅਬੋਹਰ ਦੀ ਸਿਆਸਤ ਵਿੱਚ ਇਹ ਚੀਜ਼ ਬੜੀ ਗਲਤ ਹੈ, ਜਿਹੜੀ ਕਿ ਮੈਂ ਹੁਣ ਵੀ ਚਾਹੂੰਗਾ ਵੀ ਅਗਲੀ ਵਾਰ ਫਿਰ ਮੈਂ ਬਣਾ ਤੇ ਸਰਕਾਰ ਸਾਡੀ ਬਣੇ, ਤੇ ਉਹ ਮਾਹੌਲ ਅਸੀਂ ਖ਼ਤਮ ਕਰਨਾ ਚਾਹੁੰਦੇ ਹਾਂ ਅਬੋਹਰ ਦਾ। ਅਬੋਹਰ 'ਚ ਅਮਨ ਚੈਨ ਦੀ ਰਾਜਨੀਤੀ ਚਾਹੁੰਦੇ, ਚਾਹੇ ਕੋਈ ਕਾਂਗਰਸ ਪਾਰਟੀ ਦਾ, ਚਾਹੇ ਕੋਈ BJP ਦਾ, ਚਾਹੇ ਕੋਈ ਕਿਸੇ ਪਾਰਟੀ ਦਾ। ਆਦੀ ਵਿਚਾਰਧਾਰਾ ਜੀ, ਇਹ ਸਾਰਾ ਕਰਨਾ ਚਾਹੀਦਾ। ਸਾਨੂੰ ਪੋਜ਼ਿਟਿਵ ਕੰਮ ਕਰਕੇ ਲੋਕਾਂ ਨੂੰ ਖੁਸ਼ ਕਰਨਾ ਚਾਹੀਦਾ, ਨਾ ਕਿ ਡਰਾ ਕੇ ਕਰਨਾ ਚਾਹੀਦਾ। ਪਿਛਲੀ ਵਾਰ ਨਾਲੋਂ ਮਾਹੌਲ ਬਿਲਕੁਲ ਚੇਂਜ ਹੈ। ਮੈਂ ਫਿਰ ਉਸੇ ਗੱਲ 'ਤੇ ਆ ਰਿਹਾ, ਔਰ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੇ ਹੋ ਨਾਰੰਗ ਸਾਹਿਬ ਤੁਸੀਂ। ਇਹ ਤਾਂ ਜਨਤਾ ਦੱਸੂਗੀ ਜੀ, ਮੈਂ ਹੀ ਕਹਿ ਰਿਹਾ। ਇਸ ਵਾਰੀ ਫੇਰ ਜਨਤਾ ਦੱਸੂਗੀ। ਅਬੋਹਰ ਦੇ ਵਿੱਚ ਜੇ ਮਾਹੌਲ ਚੇਂਜ ਹੈ, ਬੜੇ ਕੌਨਫੀਡੈਂਟ ਹੋ ਸਕਦੇ, ਲੇਕਿਨ ਅਸੀਂ ਵੀ ਕੌਨਫੀਡੈਂਟ ਹਾਂ। ਜਦੋਂ ਵੋਟ ਪਾਊਗੀ ਉਦੋਂ ਪਤਾ ਲੱਗਣਾ। ਇੰਨਾ ਵਿਰੋਧ ਹੋ ਰਿਹਾ, ਫਿਰ ਵੀ ਇਹੋ ਜਿਹੀ ਕੀ ਗਿੱਦੜ ਸਿੰਘੀ ਹੈ ਅਰੁਣ ਨਾਰੰਗ ਹੋਣਾ ਕੋਲੇ ਜਾਂ BJP ਦੇ ਕੋਲੇ ਵੀ ਇੰਨੇ ਕੌਨਫੀਡੈਂਸ ਦੇ ਵਿੱਚ ਨਜ਼ਰ ਆਉਂਦੇ ਨੇ? ਕੋਈ ਗਿੱਦੜ ਸਿੰਘੀ ਨਹੀਂ ਹੁੰਦੀ, ਕੋਈ ਕੁਛ ਨਹੀਂ ਹੁੰਦਾ। ਤੁਸੀਂ ਜਨਤਾ ਦੇ ਨਾਲ ਆਦੇ ਭਰਾਵਾਂ ਤਰ੍ਹਾਂ, ਆਦੇ ਬੱਚਿਆਂ ਤਰ੍ਹਾਂ, ਆਦੇ ਬਾਪ ਤਰ੍ਹਾਂ ਪਿਆਰ ਕਰੋਗੇ, ਰੱਖੋਗੇ, ਤੇ ਜਨਤਾ ਤੁਹਾਨੂੰ ਵੋਟ ਕਰਦੀ ਹੈ। ਜਿਹੜੇ ਵਿਰੋਧ ਹੁੰਦੇ ਆ, ਵਿਰੋਧ ਨੋ ਡਾਊਟ ਕੁਛ ਪਾਰਟੀਆਂ ਜਾਂ ਕੁਛ ਲੋਕ ਇਕੱਠੇ ਹੋ ਕੇ, ਜਾਂ ਕੋਈ ਪਾਰਟੀ ਜਾਂ ਕੋਈ ਯੂਨੀਅਨਸ ਬਣਾ ਕੇ ਵਿਰੋਧ ਕਰਦੇ ਆ। ਇਹ ਸਾਰੀ ਜਨਤਾ ਤਾਂ ਆਪਦੀ ਸੋਚ ਰੱਖਦੀ ਹੈ ਨਾ ਜੀ। ਜਨਤਾ ਆਦੀ ਸੋਚ ਨਾਲ ਵੀ ਵੋਟ ਕਰਦੀ ਹੈ। ਜਨਤਾ ਸਿਰਫ ਇੱਕ ਮਾਹੌਲ ਬਣਾ ਕੇ ਨਹੀਂ ਵੋਟ ਕਰਦੀ। ਮੈਂ ਕਹੀ ਜਾਵਾਂ ਜੀ, ਮੈਂ ਦੇਸ਼ 'ਚ ਇਹ ਕਰਤਾ, ਉਹ ਕਰਤਾ, ਫਲਾਣਾ ਕਰਤਾ, ਤੇ ਜਨਤਾ ਵੀ ਸੋਚਦੀ ਹੈ, ਉਹ ਵੀ ਸੋਚ ਕੇ ਵੋਟ ਕਰਦੀ ਹੈ ਜੀ। ਡੈਮੋਕ੍ਰੇਸੀ 'ਚ ਹੋ ਰਿਹਾ ਹੈ ਕਿ ਜੀ ਜਨਤਾ ਹੀ ਰੱਬ ਹੈ। ਪਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਐਲਾਨ ਕੀਤਾ ਗਿਆ ਸੀਗਾ ਕਿ BJP ਦੇ तमाम ਆਗੂਆਂ ਦਾ ਬਾਈਕਾਟ ਕੀਤਾ ਜਾਵੇ। ਉਸ ਤੋਂ ਬਾਅਦ ਹੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ ਵੀ, ਜੋ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਮਲੋਟ ਦੇ ਵਿੱਚ, ਔਰ ਵੱਡਾ ਵਿਰੋਧ ਹੋਇਆ। ਤੁਹਾਡਾ ਸਿਚੁਏਸ਼ਨ ਕੀ ਹੋਈ ਸੀ ਤੁਹਾਨੂੰ ਪਤਾ ਹੀ ਹੈ। ਕਿਸਾਨ ਮੋਰਚੇ ਨੇ ਨੋ ਡਾਊਟ ਇਹ ਕਿਹਾ ਹੋਇਆ, BJP ਦਾ ਵਿਰੋਧ ਵੀ ਹੁੰਦਾ, ਸਾਡੇ ਲੀਡਰਾਂ ਦਾ ਵੀ ਵਿਰੋਧ ਹੁੰਦਾ, ਸਾਡੇ ਕੈਂਡੀਡੇਟਸ ਦਾ ਵਿਰੋਧ ਹੈ। ਲੇਕਿਨ ਉਸ ਦੇ ਬਾਵਜੂਦ ਵੀ ਸਾਡੇ ਕੱਲ੍ਹ ਹੀ ਮੀਟਿੰਗ ਹੋਈ ਹੈ, ਸਾਡੇ ਪ੍ਰਭਾਰੀ ਜਿਹੜਾ ਡਾਟਾ ਆਇਆ ਸਾਡੇ ਕੋਲ ਕਿ 3522 ਲੋਕ ਅਸੀਂ ਜੁਆਇਨ ਕਰਾਏ ਹੈ ਪਾਰਟੀ, ਜਾ ਕੇ ਇੱਥੇ ਹੈੱਡ ਆਫਿਸ 'ਤੇ ਜੁਆਇਨ ਕੀਤਾ ਲੋਕਾਂ ਨੇ। ਕਿਉਂ ਕਰਦੇ ਆ ਜੀ ਲੋਕ ਜੁਆਇਨ? ਲੋਕ ਸਾਡੀ ਪਾਰਟੀ ਜਾਣਾ ਕਿਉਂ ਚਾਹੁੰਦੇ ਆ? ਇਸ ਸਥਿਤੀ ਦੇ ਬਾਵਜੂਦ ਵੀ ਫਿਰ ਵੀ ਲੋਕ ਕਹਿੰਦੇ ਜੀ ਅਸੀਂ ਤੁਹਾਡੀ ਪਾਰਟੀ ਜੁਆਇਨ ਕਰਨੀ। ਕਿਉਂ ਕਰਦੇ ਆ? ਤੇ ਉਹ ਜਨਤਾ ਦੀ ਸੋਚ ਜਨਤਾ ਨਾਲ ਹੁੰਦੀ, ਲੀਡਰਾਂ ਦੀ ਸੋਚ ਲੀਡਰਾਂ ਨਾਲ ਹੁੰਦੀ ਹੈ। ਠੀਕ ਹੈ ਨਾ? ਤੇ ਇਸ ਕਰਕੇ ਤਾਂ ਹੀ ਤਾਂ ਮੈਂ ਬਾਰ-ਬਾਰ ਕਹਿ ਰਿਹਾ, ਤੇ ਵੋਟਾਂ ਹੋਣ ਦਿਓ। ਤੁਸੀਂ
ਅਮਨ ਚੈਨ ਨਾਲ ਵੋਟਾਂ ਆਉਣ ਦਿਓ, ਤੁਹਾਡਾ ਵੀ ਪੱਖ ਆ ਜਾਊਗਾ, ਸਾਡਾ ਵੀ ਜਨਤਾ ਹੀ ਦੱਸ ਦੂਗੀ ਜੀ ਕੌਣ ਠੀਕ ਹੈ ਕੌਣ ਗਲਤ ਹੈ। ਪਰ ਵਿਰੋਧੀ ਪਾਰਟੀਆਂ ਨੂੰ ਤਾਂ ਮੌਕਾ ਮਿਲ ਗਿਆ ਨਾ ਨਾਰੰਗ ਸਾਹਿਬ, ਭਾਵੇਂ ਕਿਸਾਨ ਅੰਦੋਲਨ ਦੀ ਆੜ ਦੇ ਵਿੱਚ ਕਹਿ ਲਓ ਜਾਂ ਤੁਸੀਂ, ਕਿਉਂਕਿ ਹਰਜੀਤ ਗਰੇਵਾਲ ਹੁਣੀ ਵੀ ਕਹਿ ਰਹੇ ਕਿ ਕਿਸਾਨਾਂ ਦੇ ਮੋਢੇ ਤੇ ਬੰਦੂਕ ਰੱਖ ਕੇ ਚਲਾਈ ਜਾ ਰਹੀ ਹੈ। ਇਹ ਗੱਲ ਸਾਰੇ ਬੀਜੇਪੀ ਦੇ ਆਗੂ ਕਹਿੰਦੇ ਆ, ਕੁਛ ਇੱਕ ਨੂੰ ਛੱਡ ਕੇ। ਪਰ ਕਾਂਗਰਸ ਵੀ ਕਹਿ ਰਹੀ ਹੈ ਕਿ ਕਾਨੂੰਨ ਬਹੁਤ ਮਾੜੇ ਨੇ ਔਰ ਬੀਜੇਪੀ ਦਾ ਸੁਪੜਾ ਸਾਫ਼ ਹੋ ਜਾਣਾ, ਬੜੇ ਕੌਨਫੀਡੈਂਸ ਦੇ ਵਿੱਚ ਨਜ਼ਰ ਆ ਰਹੇ ਨੇ। ਅਕਾਲੀ ਦਲ ਵੀ ਬੜੇ ਕੌਨਫੀਡੈਂਸ ਦੇ ਵਿੱਚ ਨਜ਼ਰ ਆ ਰਿਹਾ। ਉਹ ਕਹਿੰਦੇ ਕਿ ਹਾਥੀ ਨੂੰ ਸਾਥੀ ਬਣਾ ਲਿਆ ਔਰ ਬੀਜੇਪੀ ਤਾਂ ਕਿਸੇ ਦੌੜ ਦੇ ਵਿੱਚ ਹੀ ਨਹੀਂ ਗਈ ਸਾਡੇ ਸਾਹਮਣੇ। ਦੇਖੋ ਇਹ ਹੁਣ ਅਗਲਿਆਂ ਦੀ ਵਰਸ਼ਨ ਹੈ, ਕਹੀ ਜਾਂਦੇ ਆ ਸਾਰੇ, ਆਦੇ ਬਿਆਨ ਦਿੰਦੇ ਆ, ਲੇਕਿਨ ਹੁਣ ਕਿ ਬੀਜੇਪੀ ਦਾ ਸੁਪੜਾ ਸਾਫ਼ ਹੋ ਜਾਏਗਾ ਇਹ ਕਹਿੰਦੇ ਆ। ਬੀਜੇਪੀ ਕੋਲ ਹਰ ਸੀਟ ਤੇ ਵੋਟ ਬੈਂਕ ਹੈ, ਹਰ ਸੀਟ ਤੇ ਬੀਜੇਪੀ ਦਾ ਵੋਟ ਬੈਂਕ ਹੈ। ਮੋਦੀ ਜੀ ਨੂੰ ਪਸੰਦ ਕਰਨ ਵਾਲੇ, ਮੋਦੀ ਜੀ ਨੂੰ ਚਾਹਣ ਵਾਲੇ ਹਰ ਸੀਟ ਤੇ ਹੈ, ਹਰ ਵਰਗ ਦੇ ਵਿੱਚ ਹੈਗੇ। ਇਹ ਤਾਂ ਮੈਂ ਐਵੇਂ ਹੀ ਕਹੀ ਜਾਵਾਂ ਜੀ ਫਲਾਣਾ ਬੰਦਾ ਕੁਛ ਵੀ ਨਹੀਂ ਹੈ, ਤੇ ਇਹ ਤਾਂ ਕੁਛ ਨਹੀਂ, ਇਹ ਤਾਂ ਕੋਈ ਗੱਲ ਨਹੀਂ ਹੁੰਦੀ ਕਹਿਣ ਦੀ, ਕਹਿਣ ਨੂੰ ਤਾਂ ਸਿੰਪਲ ਬਿਆਨਬਾਜ਼ੀ ਹੈ। ਇਹ ਗੱਲ ਵੀ ਮੰਨਣੀ ਪਊਗੀ ਨਾ ਜੀ ਤੁਹਾਨੂੰ ਕਿ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਵਿਰੋਧ ਆ, ਉਹ ਚੀਜ਼ਾਂ ਨਹੀਂ ਰਹੀਆਂ ਹੁਣ ਜਿਹੜੀਆਂ ਪਹਿਲਾਂ ਸੋਚਦੇ ਸੀ ਤੁਸੀਂ। ਨਹੀਂ ਵਿਰੋਧ ਦੇਖੋ ਕਿਸਾਨ ਅੰਦੋਲਨ ਦੇ ਨਾਲ ਵਿਰੋਧ ਹੈ, ਡਿਵੈਲਪ ਹੋਇਆ ਹੈ, ਉਹ ਕੋਸ਼ਿਸ਼ ਚੱਲ ਰਹੀ ਹੈ। ਯੂਨੀਅਨਸ ਦੇ ਲੀਡਰਸ ਨਾਲ ਵੀ ਗੱਲਬਾਤ ਸਾਡੀ ਸੈਂਟਰਲ ਲੀਡਰਸ਼ਿਪ ਕਰ ਰਹੀ ਹੈ। ਮੈਂ ਉਮੀਦ ਕਰਦਾ ਵੀ ਕੋਈ ਨਾ ਕੋਈ ਮਸਲੇ ਦੇ ਹੱਲ ਤੱਕ ਪਹੁੰਚਾਂਗੇ। ਕੀ ਲੱਗਦਾ ਤੁਹਾਨੂੰ ਕਦੋਂ ਤੱਕ ਅੰਦੋਲਨ ਖਤਮ ਹੋਊਗਾ ਜਾਂ ਇਸ ਦਾ ਮਸਲੇ ਦਾ ਕੀ ਹੱਲ ਨਿਕਲੂਗਾ? ਤੁਹਾਡੇ ਲੈਵਲ ਤੇ ਕਰੀ ਕਦੇ ਗੱਲਬਾਤ ਤੁਸੀਂ ਇਸ ਮਸਲੇ ਨੂੰ ਲੈ ਕੇ? ਨਹੀਂ, ਅੰਦੋਲਨ ਖਤਮ ਕਰਨਾ ਤਾਂ ਅੰਦੋਲਨ ਵਾਲਿਆਂ ਦੇ ਹੱਥ 'ਚ ਹੈ। ਕਹਿੰਦੇ ਆ ਕਾਨੂੰਨ ਰੱਦ ਕਰ ਦਿਓ ਜਾਂ ਮਸਲੇ ਦਾ ਹੱਲ ਕਰ ਦਿਓ, ਅਸੀਂ ਖਤਮ ਕਰ ਦਿਆਂਗੇ। ਮੈਂ ਫਿਰ ਉਹੀ ਗੱਲ ਕਰਨਾ ਜੀ, ਇੱਕ ਗੱਲ ਸੈਂਟਰ ਨੇ ਬਾਰ-ਬਾਰ ਕਹਿਤਾ ਜੀ ਕਾਨੂੰਨਾਂ 'ਚ ਤੁਹਾਨੂੰ ਜੋ ਚੀਜ਼ ਗਲਤ ਲੱਗਦੀ ਹੈ ਸਾਡੇ ਨਾਲ ਡਿਸਕਸ ਕਰੋ ਆ ਕੇ। ਉਹਨੇ ਗਲਤ ਵੀ ਨਹੀਂ ਦੱਸਣਾ ਚਾਹੁੰਦੇ, ਠੀਕ ਵੀ ਨਹੀਂ ਦੱਸਣਾ ਚਾਹੁੰਦੇ, ਰੱਦ ਕਰ ਦਿਓ। ਇੱਕੋ ਹੀ ਡਿਮਾਂਡ ਹੈ, ਰੱਦ ਕਰ ਦਿਓ। ਇਸ ਤਰ੍ਹਾਂ ਤਾਂ ਗੱਲ ਕਦੇ ਵੀ ਨਹੀਂ ਬਣੀ ਜੀ। ਤੁਹਾਨੂੰ ਕੁਝ ਤਾਂ ਗੱਲ ਕਰਨੀ ਪੈਣੀ ਹੈ ਨਾ ਜੀ, ਦੱਸੋ ਨਾ ਜੀ ਕੀ ਗਲਤ ਹੈ ਇਹਦੇ 'ਚ, ਉਸ ਗੱਲ ਦਾ ਜਵਾਬ ਸੁਣੋ। ਜੇ ਤੁਸੀਂ ਕਨਵਿੰਸ ਨਹੀਂ ਹੁੰਦੇ ਤਾਂ ਉਸ ਗੱਲ ਨੂੰ ਤੁਸੀਂ ਜੋ ਵੀ ਹੈ ਅਮੈਂਡ ਕਰਾਉਣਾ, ਆਲਟਰ ਕਰਾਉਣਾ, ਉਹ ਕਰਾ ਲਓ। ਸਰਕਾਰ ਬਿਲਕੁਲ ਤਿਆਰ ਹੈ, ਹਰ ਤਰ੍ਹਾਂ ਤਿਆਰ ਹੈ ਵੀ ਬਹਿ ਕੇ ਆਰਾਮ ਨਾਲ ਗੱਲ ਕਰੀਏ, ਪੁਆਇੰਟ ਟੂ ਪੁਆਇੰਟ ਗੱਲ ਕਰੀਏ, ਇੱਕ ਪੁਆਇੰਟ 'ਤੇ ਡਿਸਕਸ ਕਰੋ। ਤੁਸੀਂ ਦੁਬਾਰਾ ਇਲੈਕਸ਼ਨ ਲੜਨ ਜਾ ਰਹੇ ਹੋ ਅਬੋਹਰ ਤੋਂ, ਬੀਜੇਪੀ ਦੀ ਟਿਕਟ ਤੋਂ? ਹਾਂ, ਪਾਰਟੀ ਟਿਕਟ ਦੇਊਗੀ, ਮੈਂ ਜ਼ਰੂਰ ਲੜੂੰਗਾ ਇਲੈਕਸ਼ਨ, ਜ਼ਰੂਰ ਲੜਾਂਗਾ ਤੇ ਜਿੱਤਾਂਗੇ ਵੀ। ਜਿੱਤਣ ਦਾ ਦਾਵਾ ਸਾਰੇ ਹੀ ਕਰ ਰਹੇ, ਹਰਜੀਤ ਗਰੇਵਾਲ ਵੀ ਕਹਿ ਰਹੇ ਮੈਂ ਜਿੱਤੂੰਗਾ, ਉਧਰ ਅਰੁਣ ਨਾਰੰਗ ਹੁਣੀ ਵੀ ਕਹਿ ਰਹੇ ਮੈਂ ਜਿੱਤੂੰਗਾ। ਦੇਖੋ ਜਿੱਤਣ ਵਾਸਤੇ ਇਲੈਕਸ਼ਨ ਲੜੀਦਾ, ਹਾਰਨ ਵਾਸਤੇ ਤਾਂ ਕੋਈ ਨਹੀਂ ਲੜਦਾ, ਜਿੱਤਣ ਵਾਸਤੇ ਹੀ ਲੜਦਾ। ਤੇ ਅਸੀਂ ਜਿੱਤਾਂਗੇ, 100% ਜਿੱਤਾਂਗੇ। ਸਾਰੇ ਕਹਿੰਦੇ ਕਿ ਅਸੀਂ ਜਿੱਤਾਂਗੇ, ਅਸੀਂ ਜਿੱਤਾਂਗੇ। ਉਧਰ ਅਕਾਲੀ ਦਲ ਵੀ ਕਹਿ ਰਿਹਾ, ਕਾਂਗਰਸ ਵੀ ਕਹਿ ਰਹੀ, ਸੁਨੀਲ ਜਾਖੜ ਹੁਣੀ ਵੀ ਕਹਿ ਰਹੇ ਕਿ ਇਸ ਵਾਰ ਮੈਂ ਜਿੱਤੂੰਗਾ। ਆਏ ਤਾਂ ਜਨਤਾ ਨੇ ਜਿਤਾਣਾ, ਮੈਂ ਤਾਂ ਕਹੀ ਜਾਣਾ ਜਨਤਾ ਹੀ ਦੱਸੂਗੀ। ਅਸੀਂ ਐਸੇ ਗੱਲ ਤੇ ਤਾਂ ਕਹਿੰਦੇ ਜਨਤਾ ਹੀ ਦੱਸੇਗੀ, ਜਨਤਾ ਹੀ ਜਨਾਰਦਨ ਹੈ, ਉਹੀ ਦੱਸਦੀ ਹੈ। ਪਰ ਹੁਣ ਜਦੋਂ ਤੁਸੀਂ ਮੀਟਿੰਗਾਂ ਲੋਕਲ ਲੈਵਲ ਤੇ ਕਰਦੇ ਹੋ ਜਾਂ ਜਦੋਂ ਤੁਹਾਡਾ ਵਿਰੋਧ ਹੋਇਆ ਸੀ ਉੱਥੋਂ ਲੋਕਾਂ ਨਾਲ ਤੁਸੀਂ ਬਾਅਦ 'ਚ ਗੱਲਬਾਤ ਨਹੀਂ ਕਰੀ ਵੀ ਤੁਸੀਂ ਮੇਰਾ ਵਿਰੋਧ ਕਿਉਂ ਕੀਤਾ, ਜਾਂ ਬੈਠ ਕੇ ਗੱਲਬਾਤ ਹੋ ਸਕਦੀ ਸੀ? ਮੇਰਾ ਜਦੋਂ ਵਿਰੋਧ ਮੇਰੇ ਨਾਲ ਜਦੋਂ ਜੋ ਵੀ ਉੱਥੇ ਘਟਨਾ ਹੋਈ ਹੈ ਮਲੋਟ, ਉਸ ਦਾ ਸਾਰੇ ਹਲਕੇ ਨੇ ਬੜਾ ਦੁੱਖ ਮਨਾਇਆ। ਮੈਨੂੰ ਸਾਰਾ ਹਲਕਾ, ਸਾਰਾ ਹੋਰ ਕੀ ਸਾਰਾ ਪੰਜਾਬ ਤੋਂ, ਹਰਿਆਣੇ ਤੋਂ, ਬੜੇ ਦੂਰਾਂ ਤੋਂ ਸਾਰਿਆਂ ਨੇ ਮੈਨੂੰ ਕਿਹਾ ਜੀ ਗਲਤ ਹੋਇਆ, ਗਲਤ ਹੋਇਆ। ਤੇ ਮੈਨੂੰ ਉਮੀਦ ਹੈ ਮੇਰਾ ਹਲਕਾ ਮੈਨੂੰ ਪਿਆਰ ਕਰਦਾ, ਮੈਨੂੰ ਇੱਜ਼ਤ ਦਿੰਦਾ, ਮੈਨੂੰ ਮੇਰੇ ਨਾਲ ਖੜਾ, ਹਾਲ ਵੀ ਖੜਾ, ਪੂਰੇ ਖੜੇ ਸੀਗੇ ਨਾਲ ਵਿਚਾਰਿਆਂ ਨੇ। ਅਸੀਂ ਕਿਸੇ ਨੂੰ ਕੁਝ ਨਹੀਂ ਕਿਹਾ, ਸਾਰਿਆਂ ਨੇ ਆਪਦੇ ਸਮਰਥਨ ਦੇ ਵਿੱਚ ਸਾਰੇ ਅਬੋਹਰ ਨੇ ਪਿੰਡਾਂ ਤੱਕ ਬੰਦ ਰੱਖਿਆ। ਘਟਨਾ ਵਾਪਰੀ ਕਿਉਂ, ਥੋੜਾ ਜਿਹਾ ਮੈਂ ਉਸ ਤੇ ਵੀ ਗੱਲ ਕਰਨਾ ਚਾਹੂੰਗਾ। ਘਟਨਾ ਵਾਪਰੀ ਕਿਉਂ ਸੀਗੀ? ਤੁਸੀਂ ਤਾਂ ਮੀਟਿੰਗ ਕਰਨ ਵਾਸਤੇ ਗਏ ਸੀਗੇ ਜਾਂ ਸਿਕਿਉਰਿਟੀ ਹੈ ਨਹੀਂ ਸੀਗੀ ਨਾਲ ਜਦੋਂ ਤੁਹਾਨੂੰ ਲੈ ਕੇ ਗਏ ਉੱਥੋਂ? ਦੇਖੋ ਉਸ ਘਟਨਾ ਤੇ ਬਹੁਤ ਗੱਲ ਹੋ ਚੁੱਕੀ, ਬੜੇ ਚੈਨਲਾਂ ਤੇ ਗੱਲ ਹੋ ਚੁੱਕੀ। ਬਸ ਮੈਂ ਤਾਂ ਇਹ ਕਹੂੰਗਾ ਮੰਦਭਾਗੀ ਘਟਨਾ ਯਾਰ ਹੋ ਗਈ ਤਾਂ ਅੱਗੇ ਵਧੀਏ, ਹੁਣ ਛੱਡੀਏ ਉਸ ਘਟਨਾ ਨੂੰ, ਅੱਗੇ ਵਧੀਏ। ਕੋਈ ਹੁੰਦੇ ਆ ਕੋਈ ਸ਼ਰਾਰਤੀ ਲੋਕ ਕਰ ਜਾਂਦੇ ਆ, ਸਾਰਾ ਕਿਸਾਨ ਥੋੜਾ ਇਸ ਤਰ੍ਹਾਂ ਦਾ ਹੈਗਾ। ਮੇਰੇ ਹਲਕੇ ਦੇ ਕਿਸਾਨ ਆ, ਮੈਨੂੰ ਬੜਾ, ਅੱਜ ਵੀ ਮੈਂ ਜਾਂਦਾ ਕਿਸਾਨਾਂ 'ਚ ਬਹਿਨਾ ਗੱਲ ਕਰਦਾ, ਅੱਜ ਵੀ ਬੜੇ ਇੱਜ਼ਤ ਮਾਨ ਦਿੰਦੇ, ਪਿਆਰ ਦਿੰਦੇ। ਹੁੰਦੇ ਕੋਈ ਸ਼ਰਾਰਤੀ, ਉਹ ਘਟਨਾ ਤੋਂ ਮੈਂ ਟੱਪ ਚੁੱਕਿਆ ਅੱਗੇ। ਮੈਂ ਹੁਣ ਬੜੀ ਗੱਲ ਹੋ ਗਈ ਉਹਨਾਂ ਦੀ, ਕੀ ਗੱਲ ਕਰੀ ਉਹਨਾਂ ਦੀ, ਜੋ ਹੋ ਗਿਆ ਸੋ ਹੋ ਗਿਆ, ਕੋਈ ਗੱਲ ਨਹੀਂ। ਰਾਜਨੀਤੀ 'ਚ ਇਹ ਜਿਹੇ ਪਲ, ਇਹ ਜਿਹੇ ਮੂਮੈਂਟ ਆਉਂਦੇ ਆ, ਚੰਗੇ ਮਾੜੇ ਆਉਂਦੇ ਆ, ਸਿੱਖਿਆ ਹੀ ਮਿਲਦੀ ਹੈ, ਕੁਛ ਨਾ ਕੁਛ ਸਿੱਖਣ ਨੂੰ ਹੀ ਮਿਲਦਾ। ਕੀ ਸਿੱਖਿਆ ਫਿਰ ਤੁਸੀਂ ਉਸ ਘਟਨਾ ਤੋਂ ਬਾਅਦ? ਦੇਖੋ ਕੋਈ ਸ਼ਰਾਰਤੀ ਲੋਕਾਂ ਕਰਕੇ ਮੈਂ ਸਾਰਿਆਂ ਨੂੰ ਦੋਸ਼ੀ ਨਹੀਂ ਬਣਾ ਸਕਦਾ, ਸਾਰੇ ਕਿਸਾਨ ਯੂਨੀਅਨਸ ਨੂੰ ਸਾਰਿਆਂ ਨੂੰ ਮੈਂ ਦੋਸ਼ੀ ਨਹੀਂ ਬਣਾ ਸਕਦਾ। ਕੋਈ 5-7-10 ਲੋਕ ਹੋਣਗੇ ਵਿੱਚ। ਦੇਖੋ ਇੱਕ ਮੌਬ ਮੈਂਟੈਲਿਟੀ ਹੁੰਦੀ ਹੈ, 5-7-10 ਲੋਕ ਕੁਛ ਕਰਨ ਲੱਗ ਜਾਣ, ਮੌਬ ਵੀ ਫਿਰ ਉਵੇਂ ਲਾ ਹੁੰਦੀ ਹੈ। ਉਹੀ ਕੁਛ ਉੱਥੇ ਹੋਇਆ।
ਤਾਂ ਸਾਰੇ ਹੀ ਦੋਸ਼ੀ ਥੋੜੀ ਹੈ ਜੀ। ਕੋਈ ਹੁੰਦੇ ਆ 5-7-10 ਜਿਨ੍ਹਾਂ ਨੂੰ ਐਵੇਂ ਪਰਸਨਲ ਆਦਾ ਨੰਬਰ ਬਣਾਉਣ ਦੇ ਚੱਕਰ ਵੀ ਮੀਡੀਆ 'ਚ ਆਉਣ ਦੇ ਚੱਕਰਾਂ 'ਚ ਕਰਦੇ, ਜਾਂ ਉਹਦੇ ਲੀਡਰਾਂ ਅੱਗੇ ਕੋਈ ਨੰਬਰ ਬਣਾਉਂਦੇ ਵੀ ਅਸੀਂ ਬੀਜੇਪੀ ਦੇ MLA ਨੂੰ ਐਂ ਕਰਤਾ, ਚੱਕਰਾਂ ਉਹ ਕਰਦੇ ਆ, ਕੋਈ ਕਰ ਗਏ ਤਾਂ ਕਰ ਗਏ। ਹੁਣ ਉਸ ਟਾਈਮ ਤੋਂ ਮੈਂ ਟੱਪ ਗਿਆ, ਹੁਣ ਮੈਂ ਕਾਫੀ ਦੇਰ ਹੋ ਗਈ, ਮੈਂ ਮੈਂਟਲੀ ਵੀ ਹੁਣ ਮੈਂ ਉਹ ਬੋਲ ਚੁੱਕਿਆ, ਮੈਂ ਜੋ ਹੋ ਗਿਆ ਸੋ ਹੋ ਗਿਆ, ਕੋਈ ਗੱਲ ਨਹੀਂ। ਬਹੁਤ ਬਹੁਤ ਧੰਨਵਾਦ ਨਾਰੰਗ ਸਾਹਿਬ। ਸੋ ਅਰੁਣ ਨਾਰੰਗ ਸਾਡੇ ਨਾਲ ਮੌਜੂਦ ਸਨ। ਅਬੋਹਰ ਤੋਂ ਬੀਜੇਪੀ ਦੇ ਵਿਧਾਇਕ ਨੇ, ਕੌਨਫੀਡੈਂਟ ਨਜ਼ਰ ਆ ਰਹੇ ਨੇ ਅਰੁਣ ਨਾਰੰਗ, ਪਰ ਦੇਖਣਾ ਹੋਵੇਗਾ ਕਿ ਲੋਕ ਸਪੋਰਟ ਤੇ ਵੋਟ ਕਰਦੇ ਆ ਕਿ ਨਹੀਂ। ਪਰ ਪਿਛਲੀ ਵਾਰ ਇਹਨਾਂ ਦੀ ਖਾਸੀਅਤ ਇਹ ਰਹੀ, ਕਿਉਂਕਿ ਪਾਰਟੀ ਦੇ ਵਿੱਚ ਵੀ ਇਹਨਾਂ ਦੀ ਖੂਬ ਚਰਚਾ ਹੋਈ, ਕਿਉਂਕਿ ਮੌਜੂਦਾ ਜੋ ਪ੍ਰਧਾਨ ਨੇ, ਕਾਂਗਰਸ ਪਾਰਟੀ ਦੀ ਕਮਾਨ ਹੈ ਸੁਨੀਲ ਜਾਖੜ ਦੇ ਹੱਥਾਂ ਦੇ ਵਿੱਚ, ਪੰਜਾਬ ਦੇ ਪ੍ਰਧਾਨ ਨੇ, ਉਹਨਾਂ ਨੂੰ ਹਰਾਇਆ ਸੀ। ਉਸ ਤੋਂ ਪਹਿਲਾਂ MC ਸੀਗੇ, MC ਨੂੰ ਟਿਕਟ ਦਿੱਤੀ, MLA ਦੀ ਇਲੈਕਸ਼ਨ ਜਿੱਤੇ। ਉਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਵੀ ਪਹੁੰਚੇ। ਅਰੁਣ ਨਾਰੰਗ ਹੁਣਾਂ ਦੇ ਨਾਲ ਇੱਕ ਘਟਨਾ ਹੋਈ ਸੀ ਮਲੋਟ ਦੇ ਵਿੱਚ, ਕਹਿੰਦੇ ਮੈਂ ਉਸ ਘਟਨਾ ਨੂੰ ਭੁੱਲ ਚੁੱਕਿਆ। ਕੁਛ ਇੱਕ ਲੋਕਾਂ ਨੇ ਉਸ ਘਟਨਾ ਨੂੰ ਅੰਜਾਮ ਦਿੱਤਾ ਸੀਗਾ ਔਰ ਹਾਈਲਾਈਟ ਹੋਣ ਵਾਸਤੇ, ਔਰ ਵਿਵਾਦ ਖੜਾ ਹੋ ਗਿਆ ਸੀ। ਕਹਿੰਦੇ ਕਿ ਮੈਂ ਉਸ ਘਟਨਾ ਨੂੰ ਭੁੱਲ ਚੁੱਕਿਆ। 2022 ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਔਰ ਦਾਅਵਾ ਵੀ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ BJP ਸਰਕਾਰ ਬਣਾਏਗੀ। ਕੈਮਰਾਮੈਨ ਸ਼ਮਸ਼ੇਰ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ TV, ਚੰਡੀਗੜ੍ਹ।